ਪਿਆਰੇ ਵਿਦਿਆਰਥੀਓ, ਅੱਜ ਦੀ ਕਲਾਸ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਸੋ ਬੇਟੇ, ਅੱਜ ਆਪਾਂ ਪਾਠ ਨੰਬਰ 19 ਅੰਬੜੀ ਦਾ ਵਿਹੜਾ ਦੇ ਸ਼ਬਦਾਰਥ, ਵਾਕ ਅਤੇ ਪ੍ਰਸ਼ਨ ਉੱਤਰ ਕਰਾਂਗੇ। ਹਾਂਜੀ ਬੇਟੇ, ਸਭ ਤੋਂ ਪਹਿਲਾਂ ਆਪਾਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ। ਪਹਿਲਾ ਸ਼ਬਦ ਆ ਬੇਟੇ ਗੋੜਾ। ਗੋੜਾ ਕੀ ਹੁੰਦਾ? ਪਿੰਜੀ ਹੋਈ ਰੂੰ ਦਾ ਗੋਲਾ ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ। ਪਲੰਗ ਨਵਾਰੀ, ਨਵਾਰ ਦਾ ਬਣਿਆ ਵੱਡਾ ਮੰਜਾ। ਅਲਾਣੀ, ਬਿਨਾਂ ਬਿਸਤਰੇ ਤੋਂ ਮੰਜੀ। ਸਈਆਂ, ਸਖੀਆਂ, ਸਹੇਲੀਆਂ। ਲੋੜੇ ਦੀ, ਕਹਿਰ ਦੀ, ਗਜਬ ਦੀ ਭਾਵ ਬਹੁਤ ਜ਼ਿਆਦਾ। ਖੇੜਾ, ਆਨੰਦ, ਖੁਸ਼ੀ, ਪ੍ਰਸੰਨਤਾ। ਚੌਗਿਰਦੇ, ਆਲੇ ਦੁਆਲੇ, ਚੁਗਿਰਦੇ। ਭੌਣਾ, ਘੁੰਮਣਾ, ਚੱਕਰ ਕੱਢਣਾ। ਸਾਂਝ, ਸ਼ਾਮ, ਤਕਾਲਾਂ, ਆਥਣ। ਖੋਇਆ, ਗੁਆਚਿਆ ਭਾਵ ਗੁੰਮ ਹੋਇਆ। ਹਾਂਜੀ ਬੇਟੇ, ਪਹਿਲਾ ਪ੍ਰਸ਼ਨ ਆ, ਇਸ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ ਮੌਜਾਂ ਅਤੇ ਖੁਸ਼ੀਆਂ ਦਾ ਵਰਣਨ ਹੈ? ਉੱਤਰ, ਇਸ ਕਵਿਤਾ ਵਿੱਚ ਬਚਪਨ ਦੀਆਂ ਬਹੁਤ ਸਾਰੀਆਂ ਮੌਜਾਂ ਜਿਵੇਂ ਚੰਗਾ ਖਾਣਾ ਪੀਣਾ, ਖੇਡਣਾ, ਪੀਂਘਾਂ ਝੂਟਣਾ, ਬੇਫਿਕਰੀ ਨਾਲ ਰਹਿਣਾ, ਦਾਦੀ ਤੋਂ ਬਾਤਾਂ ਸੁਣਨੀਆਂ ਅਤੇ ਮੌਜ ਮਸਤੀ ਕਰਨੀ ਆਦਿ ਖੁਸ਼ੀਆਂ ਦਾ ਵਰਣਨ ਹੈ। ਪ੍ਰਸ਼ਨ ਨੰਬਰ 2, ਇਸ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਣਨ ਕਰੋ। ਉੱਤਰ, ਇਸ ਕਵਿਤਾ ਵਿੱਚ ਜਵਾਨ ਕੁੜੀਆਂ ਪਿੱਪਲਾਂ ਉੱਤੇ ਪੀਂਘਾਂ ਪਾ ਕੇ ਝੂਟਦੀਆਂ ਹਨ ਅਤੇ ਉਹ ਇੱਕ ਦੂਜੀ ਨਾਲ ਸ਼ਰਤ ਲਗਾ ਕੇ ਉੱਚੀ ਤੋਂ ਉੱਚੀ ਪੀਂਘ ਚੜ੍ਹਾਉਂਦੀਆਂ ਹਨ। ਕੁੜੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ। ਹਾਂਜੀ ਬੇਟੇ, ਹੁਣ ਆਪਾਂ ਸਤਰਾਂ ਦੇ ਭਾਵ ਅਰਥ ਕਰਾਂਗੇ। ਪਹਿਲੀਆਂ ਲਾਈਨਾਂ ਨੇ ਬੇਟੇ, ਬੀਤ ਗਿਆ ਦਿਨ ਬੀਤ ਗਿਆ ਭਾਵ ਦਿਨ ਲੰਘ ਗਿਆ। ਜਿਉਂ ਕੱਤਿਆ ਤੁੰਬਿਆ ਹੰਡ ਗਿਆ ਇੱਕ ਰੂੰ ਦਾ ਗੋੜਾ। ਹਾਂਜੀ ਬੇਟਾ, ਇਹਨਾਂ ਸਤਰਾਂ ਦੇ ਭਾਵ ਨੇ। ਇਹਨਾਂ ਸਤਰਾਂ ਤੋਂ ਭਾਵ ਹੈ ਕਿ ਮਾਂ ਦੇ ਵਿਹੜੇ ਵਿੱਚ ਬਿਤਾਏ ਹੋਏ ਦਿਨ ਇਸ ਤਰ੍ਹਾਂ ਲੰਘ ਗਏ ਜਿਸ ਤਰ੍ਹਾਂ ਤੁੰਬਣ ਕੱਤਣ ਮਗਰੋਂ ਇੱਕ ਰੂੰ ਦਾ ਗੋੜਾ ਖਤਮ ਹੋ ਜਾਂਦਾ ਹੈ। ਅਗਲੀਆਂ ਸਤਰਾਂ ਨੇ, ਇੱਕ ਬਾਦਸ਼ਾਹੀ ਅਸਾਂ ਮਾਣੀ ਸੀ ਜਿਹਦਾ ਬਾਬਲ ਰਾਜਾ ਸੀ ਅਤੇ ਅੰਮੀ ਰਾਣੀ ਸੀ। ਇਹਨਾਂ ਸਤਰਾਂ ਵਿੱਚ ਕਵਿੱਤਰੀ ਆਪਣੇ ਪਿਤਾ ਦੇ ਘਰ ਨੂੰ ਰਾਜੇ ਦਾ ਘਰ ਸਮਝਦੀ ਹੋਈ ਕਹਿੰਦੀ ਹੈ ਕਿ ਆਪਣੇ ਮਾਂ ਬਾਪ ਦੇ ਘਰ ਵਿੱਚ ਉਸਨੇ ਬਹੁਤ ਹੀ ਵਧੀਆ ਜੀਵਨ ਗੁਜ਼ਾਰਿਆ ਜਿਸ ਵਿੱਚ ਉਸਦਾ ਪਿਤਾ ਰਾਜਾ ਅਤੇ ਮਾਂ ਰਾਣੀ ਸੀ। ਅਗਲੀਆਂ ਸਤਰਾਂ ਨੇ ਬੇਟੇ, ਕਦੇ ਮੈਂ ਉਸ ਵਿਹੜੇ ਵਸਦੀ ਸਾਂ ਅੱਜ ਮੇਰੇ ਸੀਨੇ ਵਸਦਾ ਨਹੀਂ ਅੰਬੜੀ ਦਾ ਵਿਹੜਾ। ਇਹਨਾਂ ਸਤਰਾਂ ਤੋਂ ਭਾਵ ਹੈ ਕਿ ਕਵਿੱਤਰੀ ਇਹ ਮਹਿਸੂਸ ਕਰਦੀ ਹੈ ਕਿ ਕਦੇ ਉਹ ਆਪਣੀ ਮਾਂ ਦੇ ਵਿਹੜੇ ਵਿੱਚ ਰਹਿੰਦੀ ਸੀ ਪਰ ਹੁਣ ਮਾਂ ਦਾ ਉਹੀ ਵਿਹੜਾ ਉਸਦੇ ਹਿਰਦੇ ਅੰਦਰ ਇੱਕ ਯਾਦ ਬਣ ਕੇ ਰਹਿ ਗਿਆ ਹੈ। ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ ਅੱਜ ਆਪ ਕਹਾਣੀ ਹੋਇਆ ਨਹੀਂ ਅੰਬੜੀ ਦਾ ਵਿਹੜਾ। ਇਹਨਾਂ ਸਤਰਾਂ ਵਿੱਚ ਕਵਿੱਤਰੀ ਇਹ ਦੱਸਣਾ ਚਾਹੁੰਦੀ ਹੈ ਕਿ ਕਦੇ ਉਹ ਮਾਂ ਦੇ ਵਿਹੜੇ ਵਿੱਚ ਬੈਠ ਕੇ ਕਹਾਣੀਆਂ ਸੁਣਦੀ ਹੁੰਦੀ ਸੀ ਅਤੇ ਹੁਣ ਮਾਂ ਦਾ ਉਹੀ ਵਿਹੜਾ ਉਸ ਲਈ ਬੀਤੀ ਹੋਈ ਕਹਾਣੀ ਬਣ ਗਿਆ ਹੈ। ਹਾਂਜੀ ਬੇਟੇ, ਹੁਣ ਆਪਾਂ ਵਾਕ ਕਰਾਂਗੇ। ਪਹਿਲਾ ਸ਼ਬਦ ਆ ਬੇਟੇ ਬਾਦਸ਼ਾਹੀ। ਬਾਦਸ਼ਾਹੀ ਦਾ ਅਰਥ ਹੁੰਦਾ ਹਕੂਮਤ। ਪੇਕੇ ਘਰ ਵਿੱਚ ਕੁੜੀਆਂ ਦੀ ਬਾਦਸ਼ਾਹੀ ਕਾਇਮ ਹੁੰਦੀ ਹੈ।
ਅਣਮੁੱਲੀ, ਅਣਮੁੱਲੀ ਦਾ ਅਰਥ ਆ ਬਹੁਮੁੱਲੀ। ਬਚਪਨ ਇੱਕ ਅਣਮੁੱਲੀ ਚੀਜ਼ ਹੈ। ਬਾਬਲ, ਬਾਪ, ਧੀਆਂ ਬਾਬਲ ਦੇ ਘਰ ਮੌਜਾਂ ਮਾਣਦੀਆਂ ਹਨ। ਚਰਖਾ, ਰੂੰ ਨੂੰ ਧਾਗੇ ਵਿੱਚ ਬਦਲਣ ਵਾਲਾ ਯੰਤਰ, ਕੁੜੀਆਂ ਚਰਖਾ ਕੱਤਦੀਆਂ ਹਨ। ਵਿਹੜਾ, ਘਰ ਵਿੱਚ ਖੁੱਲ੍ਹੀ ਥਾਂ, ਬੱਚੇ ਵਿਹੜੇ ਵਿੱਚ ਖੇਡ ਰਹੇ ਹਨ। ਪੀਂਘ, ਰੁੱਖ ਦੀ ਟਾਹਣੀ ਨੂੰ ਰੱਸਾ ਬੰਨ੍ਹ ਕੇ ਝੂਟਣ ਲਈ ਬਣਾਇਆ ਪੰਘੂੜਾ, ਕੁੜੀਆਂ ਪੀਂਘ ਝੂਟਦੀਆਂ ਹਨ। ਘੂਕਰ, ਘੂਕਣ ਦੀ ਆਵਾਜ਼, ਚਰਖੇ ਦੀ ਘੂਕਰ ਮਨ ਨੂੰ ਚੰਗੀ ਲੱਗਦੀ ਹੈ। ਕਹਾਣੀ, ਕਥਾ, ਬਾਤ, ਦਾਦੀ ਜੀ ਨੇ ਸਾਨੂੰ ਕਹਾਣੀ ਸੁਣਾਈ।